हाँ जी स्टूडेंट्स, ਆਪਾਂ टॉपिक कर रहे हैं डिफरेंसीएशन। ਇਹਨੂੰ ਡੈਰੀਵੇਟਿਵ ਵੀ ਕਹਿੰਦੇ ਆਪਾਂ, ठीक है। बहुत सारे बच्चों की प्रॉब्लम ਸੀਗੀ, सो मैं ਤੁਹਾਨੂੰ ਇਹਦੇ ਸੋਲੂਸ਼ਨਸ ਦੱਸ ਰਿਹਾ ਕਿਸ ਤਰ੍ਹਾਂ। ਸਭ ਤੋਂ ਪਹਿਲਾਂ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਇਹਨਾਂ ਦੇ ਸਿਰਫ ਫਾਰਮੂਲਾਜ਼, ਠੀਕ ਹੈ। ਜਿਵੇਂ ਇਹਨੂੰ ਆਪਾਂ ਪ੍ਰੋਨਾਂਸ ਇਦਾਂ ਕਰਦੇ ਹਾਂ d/dx of x raised to power n, ठीक है। इन्हों ਅਸੀਂ ਕਹਿੰਦੇ ਡੈਰੀਵੇਟਿਵ ਆਫ x raised to power n with respect to x। ਆ ਚੀਜ਼ ਜਿਹੜੀ ਥੱਲੇ ਲਿਖੀ ਹੁੰਦੀ ਹੈ ਇਹਨੂੰ ਅਸੀਂ ਕਹਿੰਦੇ ਵਿਦ ਰਿਸਪੈਕਟ ਟੂ ਇਹਦੇ ਕਰਨਾ ਆ, ਮਤਲਬ ਕਿ ਜਿਹੜੀ ਚੀਜ਼ ਇੱਥੇ ਥੱਲੇ ਲਿਖੀ ਹੁੰਦੀ ਹੈ ਸਾਡੇ ਕੋਲ ਫੰਕਸ਼ਨ ਦੇ ਵਿੱਚ ਉਹ ਚੀਜ਼ ਹੋਣੀ ਚਾਹੀਦੀ ਹੈ, ਠੀਕ ਹੈ। ਉਹਦਾ ਹੀ ਡੈਰੀਵੇਟਿਵ ਲਿੱਤਾ ਜਾ ਸਕਦਾ ਹੈ। ਜਿਸ ਤਰ੍ਹਾਂ ਸਾਨੂੰ ਫਾਰਮੂਲਾ ਗਿਵਨ ਆ d/dx of x raised to power n, ਇਹਦਾ ਫਾਰਮੂਲਾ ਹੁੰਦਾ ਸਾਡੇ ਕੋਲ ਪਾਵਰ ਅੱਗੇ ਆ ਜਾਂਦੀ ਆ ਤੇ ਇੱਕ ਪਾਵਰ ਮਾਈਨਸ ਹੋ ਜਾਂਦੀ ਆ। ਜਿਵੇਂ ਕਿ n ਅੱਗੇ ਆ ਜਾਏਗਾ x raised to power n - 1 ਹੋ ਜਾਊਗਾ, ਠੀਕ ਹੈ। ਜਿਵੇਂ ਕਿ ਐਗਜ਼ਾਮਪਲ ਦਿੱਤੀ ਹੈ ਮੈਂ ਤੁਹਾਨੂੰ, ਅਗਰ ਤੁਹਾਡੇ ਕੋਲ x ਦਾ ਸਕੁਆਇਰ ਆ तो ਉਹਦਾ ਆਨਸਰ ਕੀ ਹੋਊਗਾ, ਪਾਵਰ ਅੱਗੇ ਆ ਗਈ 2x ਦੀ ਪਾਵਰ 2 - 1, ਮਤਲਬ ਕਿ x ਦੀ ਪਾਵਰ 1, ਮਤਲਬ ਕਿ 2 ਆਨਸਰ। ਕਲੀਅਰ। ਇਸੇ ਤਰ੍ਹਾਂ ਅਗਰ ਸਾਡੇ ਕੋਲ ਡੈਰੀਵੇਟਿਵ ਲੈਣਾ ਹੋਵੇ ਅਸੀਂ x ਦਾ ਵਿਦ ਰਿਸਪੈਕਟ ਟੂ x, ਠੀਕ ਹੈ, ਮਤਲਬ ਕਿ ਜਿਹੜਾ ਫੰਕਸ਼ਨ ਆ ਉਹੀ ਉੱਪਰ ਆ, ਤਾਂ ਤੁਸੀਂ ਇਹਨੂੰ ਵੈਸੇ ਇਦਾਂ ਵੀ ਸਮਝ ਸਕਦੇ ਹੋ ਜਿਵੇਂ dx ਨਾਲ dx ਕੱਟਿਆ ਗਿਆ, ਆਨਸਰ ਆ ਗਿਆ 1। ਬਟ ਵੈਸੇ ਇਹ ਫਾਰਮੂਲਾ ਆ ਕਿ d/dx of x ਜਿਹੜਾ ਹੁੰਦਾ ਸਾਡੇ ਕੋਲ ਉਹ 1 ਹੁੰਦਾ ਆ, ਠੀਕ ਹੈ। ਇੱਦਾਂ ਹੀ dt/dt ਉਹ ਵੀ 1 ਹੋਊਗਾ। ਕੋਈ ਵੀ ਫੰਕਸ਼ਨ ਸੇਮ ਰਿਸਪੈਕਟ ਦੇ ਜਦੋਂ ਆਪਾਂ ਕਰਦੇ ਹਾਂ ਉਹਦਾ ਆਨਸਰ ਹੁੰਦਾ ਹੈ ਸਾਡੇ ਕੋਲ 1। ਇਹ ਤੋਂ ਬਾਅਦ ਸਾਡੇ ਕੋਲ ਕੁਝ ਹੋਰ ਫਾਰਮੂਲਾਜ਼ ਨੇ, ਜਿਵੇਂ ਕਿ ਸਾਡੇ ਕੋਲ ਫਾਰਮੂਲਾ ਆ ਡੈਰੀਵੇਟਿਵ ਆਫ log x ਵਿਦ ਰਿਸਪੈਕਟ ਟੂ x, ਉਹਦਾ ਆਨਸਰ ਹੁੰਦਾ ਹੈ ਸਾਡੇ ਕੋਲ 1/x, ਠੀਕ ਹੈ। ਡੈਰੀਵੇਟਿਵ ਆਫ sin x ਵਿਦ ਰਿਸਪੈਕਟ ਟੂ x ਇਜ਼ ਵਟ, cos x। cos ਦਾ ਡੈਰੀਵੇਟਿਵ ਹੁੰਦਾ ਮਾਈਨਸ ਸਾਈਨ, tan ਦਾ ਸਾਡੇ ਕੋਲ ਹੁੰਦਾ ਆ secant square x, cot ਦਾ ਹੁੰਦਾ ਹੈ ਡੈਰੀਵੇਟਿਵ ਮਾਈਨਸ ਕੋਸਿਕੈਂਟ ਸਕੁਆਇਰ x, ਠੀਕ ਹੈ। secant ਦਾ ਡੈਰੀਵੇਟਿਵ ਹੁੰਦਾ ਸਾਡੇ ਕੋਲ secant into tan, ਕੋਸਿਕੈਂਟ ਦਾ ਡੈਰੀਵੇਟਿਵ ਹੁੰਦਾ ਸਾਡੇ ਕੋਲ ਮਾਈਨਸ ਕੋਸਿਕੈਂਟ into cot। ਕਲੀਅਰ। ਇਹ ਤੋਂ ਬਾਅਦ ਅਗਰ ਸਾਡੇ ਕੋਲ ਹੋਵੇ ਫਾਰਮੂਲਾ ax + b raised to power n, ਮਤਲਬ ਕਿ ਕੋਈ ਸਾਡੇ ਕੋਲ ਬ੍ਰੈਕਟ ਦੇ ਵਿੱਚ ਫੰਕਸ਼ਨ ਆ x ਦਾ ਤੇ ਉਹ ਪੂਰੀ ਦੀ ਪਾਵਰ n ਆ, ਤਾਂ ਉਹਦਾ ਵੀ ਸਾਡੇ ਕੋਲ ਕਿਵੇਂ ਹੁੰਦਾ, ਆ ਪਾਵਰ ਅੱਗੇ ਆ ਜਾਂਦੀ ਆ, n ਸਾਡੇ ਕੋਲ ਅੱਗੇ ਆ ਗਿਆ ਤੇ ਇੰਟੂ ax raised to power n - 1। ਫਰਦਰ ਆਪਾਂ ਇਸ ਜਿਹੜੀ ਬ੍ਰੈਕਟ ਸਾਡੇ ਕੋਲ ਚੀਜ਼ ਹੁੰਦੀ ਆ ਆਪਾਂ ਉਹਦਾ ਡੈਰੀਵੇਟਿਵ ਲੈਣਾ ਹੁੰਦਾ ਆ, ਠੀਕ ਹੈ। ਤਾਂ ਸਾਡੇ ਕੋਲ ਫਾਰਮੂਲਾ ਬਣ ਗਿਆ ਇਹਦਾ na ਇੰਟੂ ax + b raised to power n - 1, ਠੀਕ ਹੈ। ਫਿਰ ਸਾਡੇ ਕੋਲ ਅਗਰ ਐਕਸਪੋਨੈਂਸ਼ੀਅਲ ਫੰਕਸ਼ਨ ਆਉਂਦਾ ਹੈ ਕੋਈ, ਉਹਦਾ ਡੈਰੀਵੇਟਿਵ ਲੈਣਾ ਹੋਵੇ ਤਾਂ ਉਹਦੀ ਪਾਵਰ ਕੀ ਹੁੰਦੀ ਹੈ ਸਾਡੇ ਕੋਲ, ਜਿਵੇਂ e raised to power x ਦਾ ਡੈਰੀਵੇਟਿਵ ਹੁੰਦਾ e raised to power x ਫਰਦਰ ਡੈਰੀਵੇਟਿਵ ਆਫ x। ਕਲੀਅਰ। a raised to power x ਦਾ ਡੈਰੀਵੇਟਿਵ ਆ ਸਾਡੇ ਕੋਲ ax into log e a। ਕਲੀਅਰ। ਤਾਂ ਆ ਸਾਡੇ ਕੋਲ ਨਾਰਮਲ ਡੈਰੀਵੇਟਿਵ ਦੇ ਫਾਰਮੂਲਾਜ਼ ਨੇ, ਜੋ ਸਭ ਤੋਂ ਪਹਿਲਾਂ ਤੁਸੀਂ ਇਹ ਯਾਦ ਕਰਨੇ ਨੇ। ਡੈਰੀਵੇਟਿਵ ਤੁਹਾਨੂੰ ਤਾਂ ਆਊਗਾ ਜੇ ਤੁਹਾਨੂੰ ਡੈਰੀਵੇਟਿਵ ਕਰਨ ਦੇ ਲਈ ਉਹਦਾ ਫਾਰਮੂਲਾ ਆਉਂਦਾ ਆ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਫਾਰਮੂਲਾਜ਼ ਰਿਵਾਈਜ਼ ਕਰਨੇ ਆ। ਨੈਕਸਟ ਵੀਡੀਓ 'ਚ ਮੈਂ ਤੁਹਾਨੂੰ ਕੁਝ ਕੁਐਸਚਨ ਸੋਲਵ ਕਰਕੇ ਦਿਖਾਉਂਦਾ। ਤਾਂ ਇੱਥੋਂ dy/dx ਸਾਡੇ ਕੋਲ ਕਿੰਨਾ ਆ ਗਿਆ, 1/2 4x² - 7, ਇਹਦੀ ਪਾਵਰ 1 - 2/2 ਕਿੰਨੀ ਹੋਗੀ, -1/2। ਇੱਥੇ ਸਾਡੇ ਕੋਲ 4 ਕੌਨਸਟੈਂਟ ਆ, ਇਹਨੂੰ ਬਾਹਰ ਕੱਢ ਲਓ। ਡੈਰੀਵੇਟਿਵ ਕਿਹਦਾ ਲੈਣਾ ਅਸੀਂ, ਸਿਰਫ ਅੰਦਰਲੇ x² ਦਾ ਮਾਈਨਸ ਡੈਰੀਵੇਟਿਵ ਆਫ 7, ਠੀਕ ਹੈ। ਇਹ ਆ ਗਿਆ ਸਾਡੇ ਕੋਲ dy/dx ਇਜ਼ ਇਕੁਅਲਸ ਟੂ 1/2 4x² - 7, ਇਹਦੀ ਪਾਵਰ -1/2, 4 ਬਾਰ ਐਜ਼ ਇਟ ਸੀਗਾ, ਠੀਕ ਹੈ। x² ਦਾ ਡੈਰੀਵੇਟਿਵ ਕੀ ਹੁੰਦਾ, ਮਤਲਬ ਪਾਵਰ ਜਿਹੜੀ ਹੈ ਉਹ ਅੱਗੇ ਆ ਜਾਂਦੀ ਹੁੰਦੀ, ਮਤਲਬ 2x ਇਹਦਾ ਆ ਜਾਊਗਾ 2 into x, ਕਿਉਂਕਿ ਪਾਵਰ ਅੱਗੇ ਆ ਗਈ, ਇੱਕ ਪਾਵਰ ਮਾਈਨਸ ਹੋ ਗਈ, 2 - 1 1, ਤਾਂ x ਦੀ ਪਾਵਰ 1, ਮਤਲਬ ਕਿ 2x ਆਨਸਰ। ਤੇ ਇੱਥੇ ਸਾਡੇ ਕੋਲ ਇਹਦੇ ਨਾਲ ਤਾਂ x ਹੀ ਨਹੀਂ ਲੱਗਿਆ ਹੋਇਆ, ਠੀਕ ਹੈ। ਤਾਂ ਇਹਦਾ ਡੈਰੀਵੇਟਿਵ ਕੀ ਹੋ ਜਾਊਗਾ ਸਾਡੇ ਕੋਲ 0 ਵਿਦ ਰਿਸਪੈਕਟ ਟੂ x, ਕਿਉਂਕਿ x ਦੇ ਰਿਸਪੈਕਟ 'ਚ ਕਰ ਰਿਹਾ ਬਟ ਉਹਦੇ 'ਚ x ਨਹੀਂ ਹੈਗਾ। ਤਾਂ ਸਾਡੇ ਕੋਲ ਇਹਦਾ ਆਨਸਰ ਕੀ ਬਣਦਾ ਆ, dy/dx ਕਿੰਨਾ ਆ ਗਿਆ ਸਾਡੇ ਕੋਲ 1/2 4x ਦੀ ਪਾਵਰ 2 7 -1/2 ਇੰਟੂ 4 2 = 8x, ਠੀਕ ਹੈ। ਇਹਨੂੰ ਮੈਂ ਅੱਗੇ ਕਰਕੇ ਲਿਖ ਲੈਣਾ 1/2 ਇੰਟੂ 8x 4x ਦਾ ਸਕੁਆਇਰ -7 ਦੀ ਪਾਵਰ -1/2, 2 1 = 2 2 4 = 8, ਤਾਂ 4x ਦੀ ਪਾਵਰ 2 - 7 ਦੀ ਪਾਵਰ -1/2। ਤਾਂ ਇਹਨੂੰ ਆਪਾਂ ਲਿਖ ਸਕਦੇ ਹਾਂ 4x ਐਜ਼ ਇਟ, ਤੇ ਇਹਨੂੰ ਥੱਲੇ ਜਾ ਕੇ x² ਦੀ ਪਾਵਰ 1/2, ਉਹੀ ਪਾਵਰ ਉੱਪਰ ਮਾਈਨਸ ਦੀ ਤਾਂ ਥੱਲੇ ਆ ਕੇ ਪਲੱਸ ਦੀ ਹੋ ਗਈ। ਤਾਂ ਇਹ ਸਾਡੇ ਕੋਲ ਇਹਦਾ ਆਨਸਰ ਕੀ ਆ ਗਿਆ, √4x² - 7। ਇਹ dy ਦੇਖੋ। ਤਾਂ ਜਿਵੇਂ ਆਪਾਂ ਇੱਕ ਕੁਐਸਚਨ ਕਰਦੇ ਹਾਂ ਡੈਰੀਵੇਟਿਵ ਦਾ, ਸਾਨੂੰ ਕੁਐਸਚਨ ਗਿਵਨ ਆ y ਇਜ਼ ਇਕੁਅਲ ਟੂ x raised to power 5 + x ਦਾ ਕਿਊਬ + 10, ਠੀਕ ਹੈ।
ਹੁਣ ਇਹਦਾ ਡੈਰੀਵੇਟਿਵ ਲੈਣਾ ਆਪਾਂ ਕਿਵੇਂ ਲਵਾਂਗੇ, ਇਹਨੂੰ ਆਪਾਂ ਲੈਣਾ ਵਿਦ ਰਿਸਪੈਕਟ ਟੂ x, ਇਹਨੂੰ ਆਪਾਂ ਲਿਖਾਂਗੇ d/dx ਆਫ y ਇਜ਼ ਇਕੁਅਲ ਟੂ, ਮਤਲਬ y ਦਾ ਡੈਰੀਵੇਟਿਵ ਲੈਣਾ ਅਸੀਂ, ਪਰ y ਸਾਨੂੰ ਕੀ ਦਿੱਤਾ ਆਹ, ਮਤਲਬ ਕਿ ਅਸੀਂ ਇਸ ਚੀਜ਼ ਦਾ ਡੈਰੀਵੇਟਿਵ ਲੈਣਾ ਆ x raised to power 5 plus x ਦਾ ਕਿਊਬ plus 10 ਦਾ ਡੈਰੀਵੇਟਿਵ। ਠੀਕ ਹੈ, ਤਾਂ ਇਹ ਸਾਡੇ ਕੋਲ dy/dx ਕੀ ਆ ਜਾਏਗਾ, ਦੇਖੋ ਇਹਦਾ ਮਤਲਬ ਕੀ ਹੈ, ਸਾਡੇ ਕੋਲ ਡੈਰੀਵੇਟਿਵ ਆਪਾਂ ਅਲੱਗ-ਅਲੱਗ ਲੈਣੇ ਨੇ। ਠੀਕ ਹੈ, x raised to power 5 ਦਾ ਡੈਰੀਵੇਟਿਵ ਅਲੱਗ ਤੋਂ, dx ਦੀ ਪਾਵਰ ਇਹਦਾ ਡੈਰੀਵੇਟਿਵ ਅਲੱਗ ਤੋਂ, ਪਲਸ d/dx ਆਫ 10 ਦਾ ਅਲੱਗ ਤੋਂ। ਠੀਕ ਹੈ, ਕਿਉਂਕਿ ਇੱਥੇ ਡੈਰੀਵੇਟਿਵ ਦਾ ਇੱਕ ਫਾਰਮੂਲਾ ਹੁੰਦਾ ਸਾਡੇ ਕੋਲ, ਅਗਰ ਸਾਡੇ ਕੋਲ ਡੈਰੀਵੇਟਿਵ ਹੋਵੇ u plus v, ਮਤਲਬ ਕਿ ਦੋ ਚੀਜ਼ਾਂ ਦਾ ਡੈਰੀਵੇਟਿਵ ਹੋਵੇ ਤਾਂ ਉਹਦਾ ਕੀ ਕਰਦੇ ਹਾਂ ਅਸੀਂ, ਅਲੱਗ-ਅਲੱਗ ਡੈਰੀਵੇਟਿਵ ਸੋਲਵ ਕਰਦੇ, ਡੈਰੀਵੇਟਿਵ ਆਫ u ਪਲਸ ਡੈਰੀਵੇਟਿਵ ਆਫ v, ਇਹ ਇਹਦਾ ਆਨਸਰ ਹੁੰਦਾ ਹੈ। ਠੀਕ ਹੈ, ਤਾਂ ਇੱਥੇ ਸਾਡੇ ਕੋਲ ਉਹੀ ਚੀਜ਼ ਬਣੀ ਹੈ, ਇੱਥੇ u v w ਮੰਨ ਲਓ ਤੁਸੀਂ, ਤਾਂ ਮਤਲਬ ਕਿ ਡੈਰੀਵੇਟਿਵ ਆਫ u ਪਲਸ ਡੈਰੀਵੇਟਿਵ ਆਫ v ਪਲਸ ਡੈਰੀਵੇਟਿਵ ਆਫ w। ਠੀਕ ਹੈ, ਤਾਂ ਸਾਡੇ ਕੋਲ dy/dx ਕਿਹਦੇ ਬਰਾਬਰ ਆ ਗਿਆ। ਹੁਣ ਆ ਤੁਹਾਨੂੰ ਮੈਂ ਹੁਣੀ ਫਾਰਮੂਲਾ ਕਰਾਇਆ ਸੀਗਾ ਕਿ x ਰੇਜ਼ ਟੂ ਪਾਵਰ n ਦਾ ਡੈਰੀਵੇਟਿਵ ਕੱਢਣਾ ਹੁੰਦਾ ਤਾਂ ਉਹਦੇ 'ਚ ਆਨਸਰ ਕੀ ਆਉਂਦਾ, ਸਾਡੇ ਕੋਲ ਪਾਵਰ ਅੱਗੇ ਆ ਜਾਂਦੀ ਹੈ ਅਤੇ ਇੱਕ ਪਾਵਰ ਮਾਈਨਸ ਹੋ ਜਾਂਦੀ ਆ। ਤਾਂ ਇੱਥੇ ਸਾਡੇ ਕੋਲ n ਦੀ ਜਗ੍ਹਾ 'ਤੇ ਕੀ ਦਿੱਤਾ ਆ 5, ਅਤੇ ਇਹਦਾ ਆਨਸਰ ਕੀ ਆ ਜਾਊਗਾ, ਸਾਡੇ ਕੋਲ 5 ਅੱਗੇ ਆ ਜਾਊਗਾ ਅਤੇ 5 ਚੋਂ ਇੱਕ ਮਾਈਨਸ ਹੋ ਜਾਊਗਾ, ਪਲੱਸ ਇਹਦੇ ਵਿੱਚ 3 ਅੱਗੇ ਆ ਜਾਊਗਾ ਅਤੇ 3 ਚੋਂ ਇੱਕ ਮਾਈਨਸ ਹੋ ਜਾਊਗਾ। ਅਤੇ ਰੂਟ ਵਾਲੀ ਇੱਕ ਤੁਹਾਨੂੰ ਐਗਜ਼ਾਮਪਲ ਕਰਾ ਰਿਹਾ, ਜਿਵੇਂ ਸਾਨੂੰ ਫੰਕਸ਼ਨ ਦਿੱਤਾ ਹੈ y ਇਜ਼ ਇਕੁਅਲ ਟੂ √4x² - 7। ਠੀਕ ਹੈ, ਹੁਣ ਆਪਾਂ ਇਹਦਾ ਰੂਟ ਕਿਵੇਂ ਫਾਈਂਡ ਕਰਾਂਗੇ, ਸੌਰੀ ਰੂਟ कहता, ਆਪਾਂ ਇਹਦਾ ਡੈਰੀਵੇਟਿਵ ਕਿਵੇਂ ਫਾਈਂਡ ਕਰਾਂਗੇ, ਆਪਾਂ dy/dx ਫਾਈਂਡ ਕਰਨਾ ਹੈ। ਉਹਦਾ ਮਤਲਬ ਕੀ ਹੈ, d/dx ਆਫ √4x² - 7 ਫਾਈਂਡ ਕਰਨਾ ਅਸੀਂ। ਠੀਕ ਹੈ, ਅਤੇ ਆਪਾਂ ਕੋਈ ਇੱਦਾਂ ਦਾ ਤਾਂ ਫਾਰਮੂਲਾ ਕੀਤਾ ਨਹੀਂ ਜਿਹਦੇ ਵਿੱਚ ਅੰਡਰ ਰੂਟ ਵਾਲਾ ਸੋਲਵ ਹੋ ਸਕੇ, ਤਾਂ ਅਸੀਂ ਇਹਦਾ ਰੂਟ ਖਤਮ ਕਰਨ ਦੇ ਲਈ ਇਹਨੂੰ ਪਾਵਰ ਦੀ ਫਾਰਮ 'ਚ ਲਿਖ ਸਕਦੇ ਹਾਂ। ਅਸੀਂ ਇਹਨੂੰ ਕੀ ਲਿਖਾਂਗੇ, ਅਸੀਂ ਇਹਨੂੰ ਲਿਖ ਦਾਂਗੇ ਡੈਰੀਵੇਟਿਵ ਆਫ 4x² - 1 ਦੀ ਪਾਵਰ 1/2। ਪਰ ਇਹ ਤਾਂ ਆਪਾਂ ਹੁਣੀ ਇਹਦੇ ਨਾਲ ਦਾ ਇੱਕ ਫਾਰਮੂਲਾ ਕੀਤਾ ਨਾ, ਅਗਰ ਆਪਾਂ ਡੈਰੀਵੇਟਿਵ ਲੈਣਾ ਹੋਵੇ, ਕੋਈ ਚੀਜ਼ ਬ੍ਰੈਕਟ 'ਚ ਪਈ ਹੈ ਸਾਡੇ ਕੋਲ, ਜਿਵੇਂ ax plus b raised to power n ਪਿਆ ਆ, ਤਾਂ ਉਹਦਾ ਆਨਸਰ ਕੀ ਹੁੰਦਾ ਸਾਡੇ ਕੋਲ na ax plus b raised to power n - 1, ਹੈ ਨਾ। ਤਾਂ ਆਪਾਂ ਇਹਨੂੰ ਉਹਦੇ ਨਾਲ ਹੀ ਕੰਪੇਅਰ ਕਰ ਲਾਂਗੇ, ਸਾਡੇ ਕੋਲ ਬ੍ਰੈਕਟ ਦੀ ਜਗ੍ਹਾ 'ਤੇ ਕੀ ਪਿਆ, ਸਾਡੇ ਕੋਲ ਆ ਪਿਆ ਆ, ਅਤੇ n ਦੀ ਜਗ੍ਹਾ 'ਤੇ ਕੀ ਪਿਆ, ਆਹ ਪਿਆ ਆ। ਤਾਂ ਆਪਾਂ ਇਹਦਾ ਆਨਸਰ ਕਿਵੇਂ ਕਰਾਂਗੇ, ਆਪਾਂ ਉਹੀ ਫਾਰਮੂਲਾ ਲਗਾਵਾਂਗੇ, ਪਾਵਰ ਅੱਗੇ ਆ ਜਾਊਗੀ, ਬ੍ਰੈਕਟ ਐਜ਼ ਇਟ ਰੱਖਾਂਗੇ, ਉਹਦੀ ਪਾਵਰ 1 ਮਾਈਨਸ ਕਰ ਦਾਂਗੇ, ਅਤੇ ਫਰਦਰ ਅਸੀਂ ਡੈਰੀਵੇਟਿਵ ਲਵਾਂਗੇ ਜੋ ਚੀਜ਼ ਬ੍ਰੈਕਟ 'ਚ ਲਿਖੀ ਹੁੰਦੀ ਹੈ ਉਹਦਾ। ਠੀਕ ਹੈ, ਤਾਂ ਇਹਦਾ ਮਤਲਬ ਕੀ ਹੈ, ਸਾਡੇ ਕੋਲ dy/dx ਕਿਹਦੇ ਬਰਾਬਰ ਆ ਗਿਆ 1/4 4x² - 7। ਇਹਦਾ ਮਤਲਬ ਇੱਥੇ ਐਲਸੀਐਮ ਲੈ ਲਓ, 1 - 2/2, ਇਹਦਾ u - v ਲਗਾ ਲਓ ਇੱਥੇ, ਮਤਲਬ ਕਿ ਡੈਰੀਵੇਟਿਵ ਆਫ 4x² ਮਾਈਨਸ ਡੈਰੀਵੇਟਿਵ ਆਫ 7। ਠੀਕ ਹੈ, ਹੁਣ ਇੱਕ ਜਿਵੇਂ ਮੈਂ ਤੁਹਾਨੂੰ ਬ੍ਰੈਕਟ ਵਾਲਾ ਵੀ ਦੱਸਦਾ, ਜਿਵੇਂ ਤੁਹਾਨੂੰ ਫਾਰਮੂਲਾ ਪਿੱਛੇ ਕਰਾਇਆ ਸੀ ਹੁਣੀ ax plus b ਦੀ ਪਾਵਰ n, ਤਾਂ ਇਹਦਾ ਡੈਰੀਵੇਟਿਵ ਲੈਣਾ ਹੋਵੇ ਆਪਾਂ, ਉਹ ਕਿਵੇਂ ਲਈਦਾ ਆ, ਜਿਵੇਂ ਪੂਰੀ ਬ੍ਰੈਕਟ ਆ ਉਹਦੀ ਪਾਵਰ n ਦਿੱਤੀ ਹੈ, ਤਾਂ ਇਹ ਵੀ ਸਾਡਾ ਫਾਰਮੂਲਾ ਤਾਂ ਇਹੀ ਬਣ ਗਿਆ x ਦੀ ਪਾਵਰ n ਵਾਲਾ ਹੀ। ਠੀਕ ਹੈ, x ਦੀ ਜਗ੍ਹਾ 'ਤੇ ਸਾਨੂੰ ਆ ਪੂਰੀ ਬ੍ਰੈਕਟ ਦਿੱਤੀ ਹੈ, ਤਾਂ ਆਪਾਂ ਇਹਨੂੰ ਸੋਲਵ ਉੱਦਾਂ ਹੀ ਕਰਾਂਗੇ। ਇਹਦਾ ਆਨਸਰ ਕਿਵੇਂ ਕੱਢਾਂਗੇ, ਪਾਵਰ ਅੱਗੇ ਆ ਜੂਗੀ, ਜੋ ਬ੍ਰੈਕਟ 'ਚ ਲਿਖਿਆ ਉਹਦੀ ਪਾਵਰ ਮਾਈਨਸ ਹੋ ਜੂਗੀ, ਮਤਲਬ ਕਿ x ਦੀ ਪਾਵਰ n ਅੱਗੇ ਆ ਗਿਆ, x ਦੀ ਪਾਵਰ n - 1। ਫਰਦਰ ਬਸ ਇਹਦੇ 'ਚ ਇਹ ਚੀਜ਼ ਆ ਕਿ ਆਪਾਂ ਨਾਲ ਇਹਦਾ ਡੈਰੀਵੇਟਿਵ ਲੈ ਕੇ ਨਾਲ ਲਿਖਣਾ, ਜੋ ਚੀਜ਼ ਬ੍ਰੈਕਟ 'ਚ ਸੀਗੀ ਉਹ ਦੁਬਾਰਾ ਤੋਂ ਡੈਰੀਵੇਟਿਵ ਲੈਣਾ ਉਹਦਾ। ਠੀਕ ਹੈ, ਤਾਂ ਤੁਸੀਂ ਦੇਖੋ ਇਹ ਕੀ ਬਣ ਗਿਆ ਸਾਡੇ ਕੋਲ, ਇਹ ਬਣ ਗਿਆ n × ax plus b raised to power n - 1। ਇੱਥੇ ਤੁਹਾਨੂੰ ਹੁਣੀ ਦੋ ਫਾਰਮੂਲਾਜ਼ ਕਰਾਇਆ ਮੈਂ, ਜਿਵੇਂ u plus v ਦਿੱਤਾ ਹੋਵੇ, ਉਹਨੂੰ ਆਪਾਂ ਕੀ ਲਿਖ ਸਕਦੇ ਹਾਂ, ਡੈਰੀਵੇਟਿਵ ਆਫ u ਪਲਸ ਡੈਰੀਵੇਟਿਵ ਆਫ v। ਠੀਕ ਹੈ, ਤਾਂ ਮਤਲਬ ਕਿ ਪਹਿਲੀ ਚੀਜ਼ ਦਾ ਡੈਰੀਵੇਟਿਵ ਅਤੇ ਦੂਜੀ ਚੀਜ਼ ਦਾ ਡੈਰੀਵੇਟਿਵ। ਅੱਗੇ ਤਾਂ ਆਪਾਂ ਇਹਨੂੰ ਕੁਛ ਨਹੀਂ ਕਰਨਾ, ਕਿਉਂਕਿ ਇਹਦਾ ਆਪਾਂ ਇੱਕ ਵਾਰ ਸੌਰਟ ਕਰ ਲਿਆ ਇਹਨੂੰ। ਹੁਣ ਇਹ ਸਾਡੇ ਕੋਲ ਕੌਨਸਟੈਂਟ ਕੁਆਂਟਿਟੀ ਹੈ, ਇਹਨੂੰ ਅਸੀਂ ਬਾਹਰ ਕੱਢ ਲਾਂਗੇ। ਡੈਰੀਵੇਟਿਵ ਸਾਡੇ ਕੋਲ ਸਿਰਫ ਵੇਰੀਏਬਲ ਦਾ ਹੁੰਦਾ ਆ, ਫੰਕਸ਼ਨ ਦਾ, ਦੈਟ ਇਜ਼ x ਦਾ, ਅਤੇ ਇਹ ਸਾਡੇ ਕੋਲ ਹੈ ਹੀ ਕੌਨਸਟੈਂਟ ਕੁਆਂਟਿਟੀ, ਇਹਦੇ 'ਚ ਤਾਂ x ਹੀ ਨਹੀਂ ਹੈਗਾ। ਠੀਕ ਹੈ, ਇਹ ਬਣ ਗਿਆ ਸਾਡੇ ਕੋਲ ax plus b raised to power n - 1। ਇੱਥੇ a dx ਕੱਟੇ ਗਏ, ਤੁਹਾਨੂੰ ਪਹਿਲਾਂ ਦੱਸਿਆ 1 ਹੁੰਦਾ ਇਹਦਾ ਆਨਸਰ। ਠੀਕ ਹੈ, ਅਤੇ x ਦਾ ਵਿਦ ਰਿਸਪੈਕਟ ਟੂ b ਦਾ ਵਿਦ ਰਿਸਪੈਕਟ ਟੂ x 0 ਹੁੰਦਾ, ਕਿਉਂਕਿ ਇਹਦੇ 'ਚ ਤਾਂ x ਲੱਗਿਆ ਹੀ ਨਹੀਂ, ਤਾਂ ਇਹਦਾ 0 ਹੋ ਗਿਆ। ਤਾਂ ਸਾਡੇ ਕੋਲ ਇੱਥੇ ਕੀ ਬਚਿਆ, n × ax plus b raised to power n - 1 ਇੰਟੂ, ਅੱਗੇ ਸਾਡੇ ਕੋਲ ਫਾਰਮੂਲਾਜ਼ ਨੇ, ਜਿਵੇਂ ਮੈਂ ਤੁਹਾਨੂੰ ਹੁਣੀ ਦੱਸਿਆ, ਸਾਡੇ ਕੋਲ ਅਗਰ ਕੋਈ ਦੋ ਚੀਜ਼ਾਂ ਪਲੱਸ ਮਾਈਨਸ ਆਉਂਦੀਆਂ ਨੇ, ਜਿਵੇਂ ਇਹ ਦੋ ਫਾਰਮੂਲੇ ਇਕੱਠੇ ਕਰਤੇ ਮੈਂ, ਪਲੱਸ ਦਾ ਜਾਂ ਮਾਈਨਸ ਦਾ, ਤਾਂ ਉਹਦਾ ਕੀ ਹੋਊਗਾ, ਸਾਡੇ ਕੋਲ
अगर प्लस दे विच आ तो दोनों प्लस कर दो, अड अड डेरीवेटिव लैके माइनस देने तो माइनस कर दो। तो मैं एक ही फॉर्मूले च लिख रहा, अगर u प्लस माइनस v दिता तो आंसर क्या आऊगा तुहाडे कोल, u दा डेरीवेटिव विद रिस्पैक्ट टू x प्लस माइनस v दा डेरीवेटिव विद रिस्पैक्ट टू x। क्लीयर। फिर है साडे कोल u इंटू v दा रूल, d बाय dx ऑफ u इंटू v। अगर साडे कोल इंटू आ तो वह फॉर्मूला होंदा साडे कोल फर्स्ट एज इट डेरीवेटिव ऑफ सैकेंड, मतलब पहला इदा ही रख लो, दूजे का डेरीवेटिव लो, मतलब कि u डेरीवेटिव ऑफ v प्लस v डेरीवेटिव ऑफ u। ठीक है, ये तुहाडे कोल u इंटू v का फॉर्मूला है। अगे है साडे कोल uv फॉर्मूलाज दे विच तीजा फॉर्मूला है साडे कोल u अपॉन v का। अगर साडे कोल कोई दो फंक्शन डिवाइड करके दिते हुए ने तो उन्होंने असीं सॉल्व किवें करांगे, उहदा आंसर हुंदा है v डेरीवेटिव ऑफ u विद रिस्पैक्ट टू x माइनस u डेरीवेटिव ऑफ v अपॉन v स्क्वायर। ठीक है, मतलब कि पहला एज इट रख, दूजा एज इट रखना आपां, मतलब थल्ले वाला डिनोमीनेटर रखना पहला आपां, डिनोमीनेटर डेरीवेटिव ऑफ न्यूमरेटर माइनस न्यूमरेटर एज इट डिनोमीनेटर दा डेरीवेटिव अपॉन डिनोमीनेटर दा स्क्वायर। ठीक है, तो ये तुहाडे यूवी फॉर्मूलाज ने डेरीवेटिव नूं फाइंड करन दे लई। कोई भी कॉन्सटेंट टर्म दा डेरीवेटिव आ जिहड़ा वो जीरो हुंदा, जिवें कि साडे कोल इस फंक्शन दे विच x नहीं हैगा। ठीक है, तो विद रिस्पैक्ट टू x का डेरीवेटिव नहीं हो सकता, तो इसका आंसर क्या होगा साडे कोल जीरो। ठीक है, तो डी वाई बाय डी एक्स कि बराबर आ गया साडे कोल 5x रेज़ टू पावर 4 प्लस 3x दा स्क्वायर प्लस 0। ठीक है, प्लस 0 लिखने की जरूरत नहीं, तो ये साडे कोल आंसर आ गया था। क्लीयर। सो दिस इज डी वाई बाय डी एक्स, मतलब कि डेरीवेटिव ऑफ y विद रिस्पैक्ट टू x, ये साडे कोल दा आंसर आ गया। समझ आया तुहानूं किस तरह आप सॉल्व करते डेरीवेटिव। ठीक है, इत्थे आप u प्लस v का रूल लगाया है। ये तो बिना साडे कोल u माइनस v का भी रूल हुंदा, जिवें अगर डेरीवेटिव लैना असी u माइनस v का, तो वह मतलब की आ, असी पहला u का डेरीवेटिव लवांगे माइनस फिर v का डेरीवेटिव अलग तो लवांगे। तो मतलब कि सानू जिहड़ियां ब्रैकेट जिन्नियां भी टर्म्स दित्तियां हुंदियां ने उन्हां दे अड अड ब्रैकेट खोल के आपां डेरीवेटिव नाल लिखांगे। जिवें कि आपां इहदे विच आ कीता, सानू एक ब्रैकेट दे विच 3 फंक्शन गिवन सीगे, ਆਪਾਂ ਇਹਨੂੰ u v प्लस w ਮੰਨ ਲਿਆ ਤੇ ਇਹਨਾਂ ਦੇ ਅੱਡ ਅੱਡ ਡੈਰੀਵੇਟਿਵ ਲਿਖਤੇ। ਠੀਕ ਹੈ, ਸੋ ਇਸ ਤਰ੍ਹਾਂ ਡੈਰੀਵੇਟਿਵ ਨੂੰ ਸੋਲਵ ਕੀਤਾ ਜਾਂਦਾ ਹੈ। ਸਾਡੇ ਕੋਲ ਕੋਈ ਚੀਜ਼ ਅੰਡਰ ਰੂਟ ਚ ਆ, ਉਹਦਾ ਆਪਾਂ ਡੈਰੀਵੇਟਿਵ ਲੈਣਾ। ਮੰਨ ਲਓ ਸਾਡੇ ਕੋਲ ਅੰਡਰ ਰੂਟ x ਦਾ ਡੈਰੀਵੇਟਿਵ ਲਓ ਕਹਿੰਦੇ ਵਿਦ ਰਿਸਪੈਕਟ ਟੂ x, ਉਹ ਆਪਾਂ ਕਿਵੇਂ ਲਈਦਾ, ਇਹਨੂੰ ਆਪਾਂ ਸਿੰਪਲ ਬਣਾ ਲੈਂਦੇ ਹੁੰਦੇ ਆ। ਆਪਾਂ ਜਿਵੇਂ d ਬਾਈ dx ਆਫ ਅੰਡਰ ਰੂਟ x ਆ ਨਾ, ਅੰਡਰ ਰੂਟ ਦਾ ਮਤਲਬ ਕੀ ਹੁੰਦਾ, ਉਸ ਚੀਜ਼ ਦੀ ਪਾਵਰ 1/2। ਹੁਣ ਇਹ ਤੁਹਾਡੇ ਕੋਲ ਸਿੰਪਲ ਕੁਐਸਚਨ ਬਣ ਗਿਆ ਨਾ, ਉਹ ਕੀ ਹੁੰਦਾ ਸਾਡੇ ਕੋਲ, ਜਿਵੇਂ ਇਹ ਬਣ ਗਿਆ ਸਾਡੇ ਕੋਲ ਡੈਰੀਵੇਟਿਵ ਆਫ x ਰੇਜ਼ ਟੂ ਪਾਵਰ n ਵਾਲਾ ਫਾਰਮੂਲਾ ਬਣ ਗਿਆ। ਠੀਕ ਹੈ, ਉਹ ਕੀ ਹੁੰਦਾ ਸਾਡੇ ਕੋਲ ਪਾਵਰ ਅੱਗੇ ਆ ਜਾਂਦੀ ਹੈ ਤੇ ਇੱਕ ਪਾਵਰ ਮਾਈਨਸ ਹੋ ਜਾਂਦੀ ਹੈ। ਤਾਂ ਇੱਥੇ ਹੁਣ ਸਾਡੇ ਕੋਲ ਪਾਵਰ n ਦੀ ਜਗ੍ਹਾ ਤੇ ਕੀ ਦਿੱਤੀ ਹੋਈ ਹੈ 1/2, ਤਾਂ 1/2 ਅੱਗੇ ਆ ਗਈ ਤੇ ਇੱਕ ਪਾਵਰ ਉਹਦੇ ਚੋਂ ਮਾਈਨਸ ਹੋ ਗਈ। ਸਾਡੇ ਕੋਲ ਇਹ ਕੀ ਬਣ ਗਿਆ 1/2 x ਦੀ ਪਾਵਰ 1 ਮਾਈਨਸ 2/2, ਐਲਸੀਐਮ ਲੈ ਲਿਆ 1/2 x ਦੀ ਪਾਵਰ ਮਾਈਨਸ 1/2। ਤਾਂ ਇਹਨੂੰ ਆਪਾਂ ਲਿਖ ਸਕਦੇ ਹਾਂ 1/2 x ਦੀ ਪਾਵਰ 1/2, ਬਿਕਾਜ਼ ਸਾਡੇ ਕੋਲ ਫਾਰਮੂਲਾ ਤੁਸੀਂ ਛੋਟੀਆਂ ਕਲਾਸਿਸ 'ਚ ਕੀਤਾ ਹੋਣਾ ਆ ਕਿ ਅਗਰ a ਰੇਜ਼ ਟੂ ਪਾਵਰ ਮਾਈਨਸ m ਦਿੱਤੀ ਹੋਵੇ ਸਾਨੂੰ, ਉਹਨੂੰ ਆਪਾਂ ਲਿਖ ਸਕਦੇ ਹੁੰਦੇ ਹਾਂ 1/a ਰੇਜ਼ ਟੂ ਪਾਵਰ m, ਮਤਲਬ ਕਿ ਅਗਰ ਸਾਡੇ ਕੋਲ ਉੱਪਰ ਪਾਵਰ ਨੈਗੇਟਿਵ ਆ ਥੱਲੇ ਜਾ ਕੇ ਪੋਜ਼ਿਟਿਵ ਹੋ ਜਾਂਦੀ ਆ। ਠੀਕ ਹੈ, ਤਾਂ ਇਹ ਬਣ ਗਿਆ ਸਾਡੇ ਕੋਲ 1/2 1/√x। ਤਾਂ ਤੁਸੀਂ ਸਿੱਧਾ ਵੀ ਯਾਦ ਰੱਖ ਸਕਦੇ ਹੋ ਕਿ ਸਾਡੇ ਕੋਲ ਅੰਡਰ ਰੂਟ x ਦਾ ਡੈਰੀਵੇਟਿਵ ਕਿੰਨਾ ਹੁੰਦਾ 1/2√x। ठीक है, सो दिस इज द आंसर टू फाइंड द क्वांटिटीज विच आर प्रेजेंट इन रूट। ठीक है, जिहड़ियां रूट दे विच प्रेजेंट होणगियां उन्हां नूं आपां पावर वाली फॉर्म बना के उदा सॉल्व कर लेना है। ठीक है।